ਦੇਵਨੇਤ ਵੇਖੋ ਮਹਾਰਾਜ ਜੀ ਦੀ ਅਸਚਰਜ ਖੇਡ। ਅੱਜ ਭਗਤ ਜੀ ਦਾ ਪਵਿੱਤਰ ਪਾਵਨ ਅਵਤਰਨ ਦਿਹਾੜਾ ਹੈ ਤੇ ਸ੍ਰੀ ਮੁਖ ਵਾਕ ਹੁਕਮਨਾਮਾ ਵੀ ਭਗਤ ਰਵਿਦਾਸ ਜੀ ਦਾ ਸਾਨੂੰ ਪ੍ਰਾਪਤ ਹੋਇਆ ਹੈ। ਕਦੇ ਕਦੇ ਹੀ ਐਸੀ ਅਸਚਰਜ ਘਟਨਾ ਘਟਦੀ ਹੈ। ਮਹਾਰਾਜ ਭਗਤ ਰਵਿਦਾਸ ਜੀ ਆਪਣੇ ਪਵਿੱਤਰ ਪਾਵਨ ਅਵਤਰਨ ਦਿਹਾੜੇ ਤੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇਣ ਆਏ ਨੇ, ਖੁਦ ਆਏ ਨੇ ਅੱਜ ਭਗਤ ਰਵਿਦਾਸ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਸਮੇਂ ਅੱਜ ਖੁਦ ਮਹਾਰਾਜ ਭਗਤ ਰਵਿਦਾਸ ਜੀ ਹਾਜ਼ਰ ਹੋ ਕਰਕੇ 9ਵੇਂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚੋਂ ਸਾਨੂੰ ਸਾਰਿਆਂ ਨੂੰ ਹੁਕਮ ਦੇਣ ਵਾਸਤੇ ਪਹੁੰਚੇ ਹਨ। ਜੀਓ ਆਇਆ ਹੈ, ਆਓ ਮਹਾਰਾਜ ਭਗਤ ਰਵਿਦਾਸ ਜੀ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਨੂੰ ਰਲ ਮਿਲ ਕੇ ਵਿਚਾਰੀਏ, ਹਾਜ਼ਰੀਆਂ ਲਵਾਈਏ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਜੋ ਦਿਨ ਆਵੈ ਸੋ ਦਿਨ ਜਾਹੀ। ਰਾਗ ਸੋਹੀ ਹੈ। ਸੋਹੀ ਰਾਗ ਵਿੱਚ ਮਹਾਰਾਜ ਭਗਤ ਰਵਿਦਾਸ ਜੀ, ਜਿਨ੍ਹਾਂ ਨੂੰ ਗੁਰਦੇਵ ਨੇ ਸ਼੍ਰੀ ਰਵਿਦਾਸ ਜੀਓ ਕਿਹਾ। ਸ਼੍ਰੀ ਸ਼ਬਦ ਨਾਲ ਉੱਤੇ ਸਿਰਲੇਖ ਦੇ ਵਿੱਚ ਸੰਬੋਧਨ ਕਰਕੇ ਆਏ ਹਨ। ਇਸ ਸ਼ਬਦ ਤੋਂ ਪਹਿਲਾਂ ਵੀ ਇੱਕ ਸ਼ਬਦ ਭਗਤ ਜੀ ਉਚਾਰਨ ਕਰ ਰਹੇ ਨੇ, ਸਹਿ ਕੀ ਸਾਰ ਸੁਹਾਗਨ ਜਾਣੈ, ਤਜ ਬਮਾਨ ਸੁਖ ਰਲੀਆ ਮਾਨੈ, ਤਨ ਮਨ ਦੇ ਨਾ ਅੰਤਰ ਰੱਖੈ, ਅਵਰਾ ਦੇਖ ਨਾ ਸੁਨੈ ਅਪਾਖੈ। ਇਹ ਪਾਵਨ ਸ਼ਬਦ ਜਦੋਂ ਆਰੰਭ ਕਰਦੇ ਆ ਤੇ ਉੱਤੇ ਲਿਖ ਆਏ ਨੇ, ਬਾਣੀ ਸ਼੍ਰੀ ਰਵਿਦਾਸ ਜੀਓ ਕੀ। ਸ਼੍ਰੀ ਕੈਸੇ ਪਿਆਰ ਨਾਲ ਭਗਤ ਰਵਿਦਾਸ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਸੰਬੋਧਨ ਕਰਦੇ ਹਨ। ਸ਼੍ਰੀ ਮਤਲਬ ਸ਼੍ਰੋਮਣੀ। ਸ਼੍ਰੀ ਰਵਿਦਾਸ ਜੀ ਮਹਾਰਾਜ ਰਾਗ ਸੂਹੀ ਦੇ ਵਿੱਚ ਸਾਨੂੰ ਵੈਰਾਗ ਜਨਿਆ ਉਪਦੇਸ਼ ਬਖਸ਼ਿਸ਼ ਕਰਦੇ ਹਨ, ਕਿਉਂਕਿ ਬਿਨਾਂ ਵੈਰਾਗ ਤੋਂ ਪਰਮਾਰਥ ਦੇ ਰਸਤੇ ਤੇ ਨਹੀਂ ਚੱਲਿਆ ਜਾ ਸਕਦਾ। ਵੈਰਾਗ ਬਿਨਾਂ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨਾਂ ਦਾ ਸਾਖਸ਼ਾਤਕਾਰ ਨਹੀਂ ਹੋ ਸਕਦਾ। ਵੈਰਾਗ ਬਿਨਾਂ ਹਿਰਦੇ ਵਿੱਚੋਂ ਮੋਹ ਤੇ ਮਮਤਾ ਦੀ ਬਿਰਤੀ ਦਾ ਤਿਆਗ ਨਹੀਂ ਹੋ ਸਕਦਾ। ਵੈਰਾਗ ਜ਼ਰੂਰੀ ਹੈ, ਕਿਉਂਕਿ ਵੈਰਾਗ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਮਹਾਰਾਜ ਭਗਤ ਰਵਿਦਾਸ ਜੀ ਮਹਾਰਾਜ ਮਹਾਨ ਭਗਤ ਹਨ, ਪਰ ਉਹ ਭਗਤੀ ਉਹਨਾਂ ਦੇ ਹਿਰਦੇ ਵਿੱਚ ਵੈਰਾਗ ਤੋਂ ਉਤਪੰਨ ਹੋਈ ਹੈ। ਭਾਰੀ ਵੈਰਾਗ ਆਪਣੇ ਹਿਰਦੇ 'ਚ ਧਾਰਨ ਕਰਕੇ ਸਾਨੂੰ ਸਾਰਿਆਂ ਨੂੰ ਵੈਰਾਗ ਜਨਿਆ ਉਪਦੇਸ਼ ਦਿੰਦਿਆਂ ਕਹਿੰਦੇ ਹਨ, ਜੋ ਦਿਨ ਆਵਹਿ ਸੋ ਦਿਨ ਜਾਹੀ। ਭਾਈ ਜਿਹੜਾ ਦਿਨ ਆਇਆ ਹੈ ਉਹ ਦਿਨ ਚਲਾ ਜਾਂਦਾ। ਕਦੇ ਵੇਖਿਆ ਕੋਈ ਦਿਨ ਸਥਿਰ ਹੋ ਗਿਆ ਹੋਵੇ, ਵੀ ਆਇਆ ਹੋਵੇ ਤੇ ਨਾ ਗਿਆ ਹੋਵੇ? ਕਿੰਨੀਆਂ ਕੱਲਾਂ ਨੇ ਜਿਹੜੇ ਕੱਲ ਸਾਡੇ ਤੋਂ ਬੀਤ ਗਏ ਹਨ। ਕਿ ਕੋਈ ਐਸਾ ਦਿਨ ਅਸੀਂ ਆਪਣੀ ਜ਼ਿੰਦਗੀ 'ਚ ਵੇਖਿਆ ਸੂਰਜ ਉਦੇ ਹੋਇਆ ਤੇ ਕਦੇ ਛਪਿਆ ਨਾ ਹੋਵੇ, ਉਹ ਰਾਤ 'ਚ ਤਬਦੀਲ ਨਾ ਹੋਇਆ ਹੋਵੇ। ਆ ਵੀ ਅੱਜ ਵੀ ਸੂਰਜ ਉਦੇ ਹੋਇਆ ਹੈ। ਅੱਜ ਦੇ ਇਸ ਸੂਰਜ ਉਦੇ ਨੇ ਇਸੇ ਤਰ੍ਹਾਂ ਤਾਂ ਨਹੀਂ ਰਹਿਣਾ, ਇਸ ਦਿਨ ਇਸੇ ਤਰ੍ਹਾਂ ਤਾਂ ਨਹੀਂ ਰਹਿਣਾ। ਆਖਿਰਕਾਰ ਇਹਦੇ ਵੀ ਛਪਣਾ ਤੇ ਰਾਤ ਵਿੱਚ ਇਸ ਦਿਨ ਨੇ ਤਬਦੀਲ ਹੋ ਜਾਣਾ ਹੈ। ਮਹਾਰਾਜ ਭਗਤ ਭਾਈ ਨੰਦ ਲਾਲ ਸਾਹਿਬ ਵੀ ਕਹਿੰਦੇ, ਮੈਂ ਆਪਣੀ ਜ਼ਿੰਦਗੀ ਵਿੱਚ ਐਸਾ ਕੋਈ ਦਿਨ ਨਹੀਂ ਵੇਖਿਆ ਜਿਹੜਾ ਦਿਨ ਸ਼ਾਮ 'ਚ ਤਬਦੀਲ ਨਾ ਹੋਇਆ ਹੋਵੇ। ਪਰ ਇੱਕ ਸੂਰਿਆ ਐਸਾ ਹੈ ਜਿਸ ਨੂੰ ਮੈਂ ਵੇਖਿਆ ਹੈ ਔਰ ਉਹ ਸਦਾ ਹੀ ਪ੍ਰਕਾਸ਼ਦਾ ਹੈ ਔਰ ਉਹ ਕਦੇ ਵੀ ਨਹੀਂ ਛੁਪਦਾ। ਉਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਹਨ, ਜੋ ਸदैव ਹੀ ਪ੍ਰਕਾਸ਼ਦੇ ਹਨ। ਇਹ ਸੂਰਿਆ ਤਾਂ ਪਰਤੇ ਪ੍ਰਕਾਸ਼ ਹੈ ਨਾ, ਇਸੇ ਕਰਕੇ ਉਗਦਾ ਹੈ ਤੇ ਛਿਪਦਾ ਹੈ। ਤੋ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਬਣਾਈ ਇਸ ਕੁਦਰਤ ਦੀ ਖੇਡ ਮੁਤਾਬਕ ਜਿਵੇਂ ਦਿਨ ਆਉਂਦਾ ਤੇ ਬੀਤ ਜਾਂਦਾ ਹੈ। ਕਰਨਾ ਕੂਚ ਰਹਿਣ ਥਿਰ ਨਹੀਂ। ਇਸੇ ਤਰ੍ਹਾਂ ਭਾਈ ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ ਹੈ। ਜਿਵੇਂ ਦਿਨ ਆਇਆ ਤੇ ਦਿਨ ਬੀਤ ਜਾਂਦਾ ਹੈ, ਇਸੇ ਤਰ੍ਹਾਂ ਜਿਸ ਦਾ ਜਨਮ ਹੋਇਆ ਉਸ ਦਾ ਮਰਨਾ ਵੀ ਸੁਨਿਸ਼ਚਿਤ ਹੈ। ਸੰਸਾਰ ਤੋਂ ਕੂਚ ਕਰਨਾ ਹੀ ਪੈਣਾ, ਕੋਈ ਵੀ ਇੱਥੇ ਥਿਰ ਨਹੀਂ ਹੈ। ਕਰਨਾ ਕੂਚ, ਕੂਚ ਤਾਂ ਕਰਨਾ ਹੀ ਪਵੇਗਾ ਨਾ, ਜਾਣਾ ਹੀ ਪਵੇਗਾ। ਇਸ ਦੁਨੀਆ ਰੂਪੀ ਸੁਹਾਵਣੇ ਬਾਗ ਨੂੰ ਛੱਡ ਕੇ ਬੜੇ ਬੜੇ ਚਲੇ ਗਏ।
ਤੇ ਜਾਣਾ ਪਵੇਗਾ। ਰਹਿਣ ਥਿਰ ਨਾਹੀਂ, ਇੱਥੇ ਰਹਿਣਾ ਥਿਰ ਨਹੀਂ ਹੈ, ਇੱਥੇ ਰਹਿਣਾ ਸदैवी ਨਹੀਂ ਹੈ। ਆਖੀਰ ਨੂੰ ਇਹ ਸੰਸਾਰ ਰੂਪੀ ਸੁਹਾਵਣੇ ਬਾਗ ਨੂੰ ਹਰ ਇੱਕ ਨੂੰ ਛੱਡ ਕੇ ਜਾਣਾ ਪੈਣਾ। ਸਭਨਾ ਸਹੁਰੈ ਵੰਜਣਾ, ਸਭਨਾ ਸਹੁਰੈ ਵੰਜਣਾ, ਸਭਨਾ ਸਹੁਰੈ ਵੰਜਣਾ, ਸਭਨਾ ਸਹੁਰੈ ਵੰਜਣਾ। ਸਭ ਮੁਖ ਲਾਵਣ ਹਾਰ, ਸਭ ਮੁਖ ਲਾਵਣ ਹਾਰ, ਸਭ ਮੁਖ ਲਾਵਣ ਹਾਰ, ਸਭ ਮੁਖ ਲਾਵਣ ਹਾਰ। ਜਾਣਾ ਹਰ ਇੱਕ ਨੂੰ ਪੈਣਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਅੱਜ ਕੱਲ ਚਾਹੇ ਪਰਸੋਂ, ਜੋ ਉਪਜਿਆ ਹੈ ਉਹ ਬਿਨਸੇਗਾ। ਹਾਂਜੀ। ਸੰਗ ਚਲਤ ਹੈ ਹਮ ਭੀ ਚਲਨਾ। ਭਗਤ ਜੀ ਕਹਿੰਦੇ ਕਈ ਵਾਰ ਬੰਦੇ ਨੂੰ ਗੱਲ ਕਹੋ ਨਾ ਤੇ ਉਹ ਸਮਝਦਾ ਨਹੀਂ, ਉਹ ਜਦੋਂ ਤੱਕ ਵੇਖਦਾ ਨਹੀਂ ਹੈ। ਉਹ ਕਹਿੰਦਾ ਮੈਂ ਜਦੋਂ ਤੱਕ ਵੇਖਦਾ ਨਹੀਂ ਮੈਂ ਕਿਵੇਂ ਮੰਨ ਲਵਾਂ, ਜਦੋਂ ਤੱਕ ਮੈਂ ਵੇਖਿਆ ਨਹੀਂ ਮੈਂ ਮੰਨਾਂ ਕਿਵੇਂ। ਬਹੁਤ ਲੋਕਾਂ ਦਾ ਇਹ ਕਹਿਣਾ ਹੁੰਦਾ, ਮੈਂ ਜੀ ਵੇਖਾਂ ਤਾਂ ਮੰਨਦਾ, ਕਿਸੇ ਦੇ ਕਹਿਣ ਤੇ ਨਹੀਂ ਮੰਨਦਾ। ਭਗਤ ਜੀ ਕਹਿੰਦੇ ਚੱਲ ਤੈਨੂੰ ਵਿਖਾ ਵੀ ਦਿੰਨੇ ਆ, ਵੇਖ, ਕਦੇ ਚਿੰਤਨ ਕਰਕੇ ਵੇਖ। ਅੱਜ ਕੱਲ ਤਾਂ ਤਰੀਕੇ ਹੀ ਬੜੇ ਵਧੀਆ ਨੇ ਵੇਖਣ ਦੇ। ਕਿਤੇ 10-20 ਸਾਲ ਪੁਰਾਣੀ ਬਣੀ ਹੋਈ ਮੂਵੀ ਵੇਖ ਲਓ, ਕੋਈ ਫੋਟੋਆਂ ਦੀ ਐਲਬਮ ਵੇਖ ਲਓ ਆਪਣੇ ਪਰਿਵਾਰ ਦੇ ਸੰਬੰਧੀਆਂ ਦੀ, ਵੇਖੋਗੇ ਉਹਨਾਂ ਵਿੱਚੋਂ ਕਿੰਨੇ ਨੇ ਜਿਹੜੇ ਚਲੇ ਗਏ ਨੇ। ਬੰਦਾ ਹੈਰਾਨ ਹੁੰਦਾ, ਇਹ ਵੀ ਚਲਾ ਗਿਆ, ਇਹ ਵੀ ਚਲਾ ਗਿਆ। ਜਦੋਂ ਗਿਣਤੀ ਕਰੀਏ ਤੇ ਕਿੰਨੇ ਕਿੰਨੇ ਹੀ ਬੰਦੇ ਉਹਦੇ ਵਿੱਚੋਂ ਚਲੇ ਗਏ ਪ੍ਰਤੀਤ ਹੁੰਦੇ। ਭਗਤ ਜੀ ਕਹਿੰਦੇ ਜੇ ਤੇਰੇ ਮੇਰੇ ਕਹਿਣ ਤੇ ਨਹੀਂ ਮੰਨਦਾ ਤੇ ਵੇਖ ਲੈ, ਤੇ ਵੇਖ ਤੇਰੇ ਨਾਲ ਦੇ ਕਿੰਨੇ ਸੰਗੀ ਜਿਹੜੇ ਨੇ ਉਹ ਚਲੇ ਗਏ ਨੇ, ਕਿੰਨੇ ਸਨੇਹੀ ਚਲੇ ਗਏ। ਮਹਾਰਾਜ ਭਗਤ ਫਰੀਦ ਜੀ ਇੱਕ ਦਿਨ ਆਏ, ਵੇਖਿਆ ਮਾਤਾ ਜੀ ਵੀ ਚੱਲ ਬਸੇ, ਪਿਤਾ ਜੀ ਛੋਟੀ ਉਮਰ 'ਚ ਚੱਲ ਬਸੇ ਸਨ। ਸੋਚਦਿਆਂ ਕਹਿੰਦੇ ਉਹ ਫਰੀਦ, ਕਿੱਥੇ ਨੇ ਉਹ ਜਿਨ੍ਹਾਂ ਤੈਨੂੰ ਜਨਮਿਆ ਸੀ? ਉਹ ਕਿੱਥੇ ਹਨ ਜਿਨ੍ਹਾਂ ਤੈਨੂੰ ਜਨਮਿਆ ਸੀ, ਜਿਨ੍ਹਾਂ ਤੈਨੂੰ ਜਨਮਿਆ ਸੀ, ਜਿਨ੍ਹਾਂ ਕਰਕੇ ਤੂੰ ਪੈਦਾ ਹੋਇਆ? ਜੇ ਉਹ ਚਲੇ ਗਏ ਨੇ, ਤੂੰ ਹਾਲੇ ਵੀ ਇਸ ਗੱਲ ਤੇ ਯਕੀਨ ਨਹੀਂ ਕਰਦਾ ਕਿ ਤੂੰ ਵੀ ਚਲਿਆ ਜਾਣਾ? ਜੇ ਤੈਨੂੰ ਜਨਮ ਦੇਣ ਵਾਲੇ ਚਲੇ ਗਏ ਨੇ ਤੇ ਸੱਜਣਾ ਚਲਿਆ ਤੂੰ ਵੀ ਜਾਣਾ ਹੈ। ਇਹੀ ਇਹ ਸੰਸਾਰ ਦੀ ਅਟਲ ਸਚਾਈ ਹੈ, ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਾਡੇ ਹਿਰਦਿਆਂ ਦੇ ਵਿੱਚ ਇਹ ਸੰਸਾਰ ਦੇ ਵਿੱਚ ਰਹਿਣਾ ਤੇ ਸਾਡੇ ਇਸ ਸਰੀਰ ਦਾ ਰਹਿਣਾ ਅਸੀਂ ਸਥਿਰ ਮੰਨ ਲਿਆ ਹੋਇਆ ਹੈ। ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਵੇਖ, ਸੰਗ ਚਲਤ ਹੈ ਸੰਗੀ ਚਲੇ ਗਏ ਹਨ, ਹਮ ਭੀ ਚਲਨਾ। ਕਹਿੰਦੇ ਅਸੀਂ ਵੀ ਚਲੇ ਜਾਣਾ ਹੈ, ਅਸੀਂ ਵੀ ਇਹ ਸੰਸਾਰ ਰੂਪੀ ਸੁਹਾਵਣੇ ਬਾਗ ਨੂੰ ਛੱਡ ਕੇ ਜਾਣਾ ਹੈ। ਇਹੀ ਇਹ ਸੰਸਾਰ ਦੀ ਸਚਾਈ ਹੈ। ਦੂਰ ਗਵਨ ਸਿਰ ਉੱਪਰ ਮਰਨਾ। ਬੰਦਾ ਸਮਝਦਾ ਵੀ ਮੌਤ ਬੜੀ ਦੂਰ ਹੈ, ਦੂਰ ਗਵਨ ਕਹਦਾ ਹੈ ਨੇ, ਅਜੇ ਬੜੀ ਜ਼ਿੰਦਗੀ ਪਈ ਹੈ, ਬੜੀ ਲੰਮੀ ਜ਼ਿੰਦਗੀ ਹੈ ਜੀ, ਬੜਾ ਸਮਾਂ ਪਿਆ ਹਾਲੇ। ਯੁਧਿਸ਼ਟਰ ਜੰਗ ਜਿੱਤ ਕੇ ਆਇਆ, ਇੱਕ ਪੰਡਤ ਉਹਨਾਂ ਦੀ ਕੁਲ ਦਾ, ਉਹ ਦਾਨ ਮੰਗਣ ਲਈ ਆਇਆ। ਕਹਿੰਦਾ ਜੀ ਦਾਨ ਦਿਓ, ਜੰਗ ਜਿੱਤ ਕੇ ਆਏ। ਯੁਧਿਸ਼ਟਰ ਕਿਤੇ ਕੰਮਕਾਰ ਵਿੱਚ ਬਿਜੀ ਸੀ, ਕਹਿਣ ਲੱਗਾ ਵੀ ਕੱਲ ਨੂੰ ਆਇਓ ਪੰਡਤ ਜੀ। ਪੰਡਤ ਜੀ ਵਿਚਾਰੇ ਬੜੇ ਨਮੋਸ਼ੀ ਨਾਲ ਬਾਹਰ ਨੂੰ ਪਰਤੇ ਆਉਣ ਤੇ ਅੱਗੋਂ ਅਰਜਨ ਮਿਲ ਗਿਆ। ਅਰਜਨ ਹੁਣ ਗਿਆਨ ਨੂੰ ਪ੍ਰਾਪਤ ਹੋ ਚੁੱਕਾ ਸੀ। ਉਹਨੇ ਆਖਿਆ ਪੰਡਤ ਜੀ ਕੀ ਗੱਲ? ਕਹਿੰਦਾ ਦਾਨ ਲੈਣ ਆਇਆ ਸੀ ਯੁਧਿਸ਼ਟਰ, ਤੇਰੇ ਭਰਾ ਨੇ ਕਿਹਾ ਕੱਲ ਨੂੰ ਆਈ।
ਕਹਿੰਦੇ ਮੇਰੇ ਨਾਲ ਚੱਲੋ। ਅਰਜਨ ਨੇ ਜਾ ਕੇ ਬਾਰ-ਬਾਰ ਯੁਧਿਸ਼ਟਰ ਨੂੰ ਮੱਥਾ ਟੇਕਿਆ। ਨਮਸਕਾਰ ਤ੍ਰਿਕਾਲਦਰਸ਼ੀ, ਨਮਸਕਾਰ ਨਮਸਕਾਰ। ਤ੍ਰਿਕਾਲਦਰਸ਼ੀ ਜੀ ਨਮਸਕਾਰ। ਯੁਧਿਸ਼ਟਰ ਕਹਿਣ ਲੱਗਾ ਵੀ ਕੀ ਹੋ ਗਿਆ ਅਰਜਨ ਤੈਨੂੰ, ਤੂੰ ਅੱਜ ਮੈਨੂੰ ਤ੍ਰਿਕਾਲਦਰਸ਼ੀ ਕਹਿਣਾ? ਕਹਿੰਦੇ ਹਾਂ ਵੀ ਤੂੰ ਧੰਨ ਹੈ, ਤੈਨੂੰ ਇਹ ਪਤਾ ਵੀ ਤੇਰੀ ਜ਼ਿੰਦਗੀ 'ਚ ਕੱਲ ਆਉਣੀ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇੱਕ ਸਾਹ ਅਗਲਾ ਆਉਣਾ ਵੀ ਇਹ ਕਿ ਨਹੀਂ ਆਉਣਾ। ਤੈਨੂੰ ਇੰਨਾ ਯਕੀਨ ਹੈ ਵੀ ਕੱਲ ਆਉਣੀ ਹੈ। ਯੁਧਿਸ਼ਟਰ ਨੂੰ ਬੜੀ ਸ਼ਰਮ ਆਈ। ਆਖਿਆ ਹੁਣ ਇਸ ਨੂੰ ਦਾਨ ਕਰੋ। ਪਾਤਸ਼ਾਹ ਕਹਿੰਦੇ ਸੰਗੀ ਚਲੇ ਗਏ ਨੇ। ਮਨੁੱਖ ਸਮਝਦਾ ਹੈ ਕਿ ਮੇਰਾ ਮਰਨਾ ਹਾਲੇ ਬੜੀ ਦੂਰ ਹੈ, ਮੌਤ ਹਾਲੇ ਬੜੀ ਦੂਰ ਹੈ। ਇੱਥੇ ਤਾਂ ਰਾਤ ਨੂੰ ਭੋਜਨ ਖਾ ਕੇ ਸੁੱਤੇ ਤੇ ਕਈ ਅੰਮ੍ਰਿਤ ਵੇਲੇ ਨਹੀਂ ਉੱਠੇ। ਕਿਵੇਂ ਕਹਿ ਸਕਦੇ ਹਾਂ ਕਿ ਮੌਤ ਬੜੀ ਦੂਰ ਹੈ? ਪਾਤਸ਼ਾਹ ਕਹਿੰਦੇ ਨਹੀਂ, ਤੂੰ ਸਮਝੀ ਬੈਠਾ ਕਿ ਮੌਤ ਦੂਰ ਹੈ, ਪਰ ਐਸਾ ਨਹੀਂ। ਅਸਲ ਵਿੱਚ ਸਿਰ ਉੱਪਰ ਮਰਨਾ, ਮੌਤ ਤਾਂ ਤੇਰੇ ਸਿਰ ਤੇ ਮੰਡਰਾ ਰਹੀ ਹੈ। ਤੇਰੇ ਸਿਰ ਤੇ ਖੜਾ ਕਾਲ ਜਿਹੜਾ ਹੈ ਉਹ ਚਿੰਗਾਰਾਂ ਮਾਰ ਰਿਹਾ ਹੈ। ਉਹ ਵੇਖ ਰਿਹਾ ਹੈ ਵੀ ਕਦੋਂ ਤੂੰ ਸਵਾਸਾਂ ਦੀ ਖੁੱਡ ਚੋਂ ਬਾਹਰ ਨਿਕਲੇ ਤੇ ਤੈਨੂੰ ਧਰ ਦਬੋਚੇ। ਚੂਹਾ ਉਦੋਂ ਤੱਕ ਹੀ ਬਚਿਆ ਹੁੰਦਾ ਖੁੱਡ ਦੇ ਵਿੱਚ ਜਦੋਂ ਤੱਕ ਉਹ ਹੈ ਖੁੱਡ ਵਿੱਚ। ਖੁੱਡ ਦੇ ਬਾਹਰ ਬਿੱਲਾ ਬੈਠਾ ਹੈ, ਉਹ ਵੇਖਦਾ ਰਹਿੰਦਾ ਨਿਕਲੇ ਤੈਨੂੰ ਧਰ ਦਬੋਚਾਂ। ਕਾਲ ਰੂਪੀ ਬਿੱਲਾ ਸਿਰ ਤੇ ਖੜਾ ਹੈ ਔਰ ਸਾਡੀ ਜਿੰਦ ਰੂਪੀ, ਜਿਹਨੂੰ ਚੂਹਾ ਹੀ ਕਹਿ ਲਈਏ ਤਾਂ ਕੋਈ ਅੱਤ ਕਥਨੀ ਨਹੀਂ, ਇਹ ਸਵਾਸਾਂ ਦੀ ਖੁੱਡ ਦੇ ਵਿੱਚ ਹੈ। ਜਦੋਂ ਨਿਕਲਿਆ ਤੇ ਕਾਲ ਰੂਪੀ ਬਿੱਲੇ ਨੇ ਧਰ ਦਬੋਚਣਾ ਹੈ। ਮਹਾਰਾਜ ਜੀ ਕਹਿੰਦੇ ਤੂੰ ਕਿਵੇਂ ਕਹਿੰਦਾ ਹੈ ਕਿ ਮੌਤ ਤੇਰੇ ਸਿਰ ਤੋਂ ਦੂਰ ਹੈ? ਸਾਹਿਬ ਕਹਿੰਦੇ ਮੌਤ ਤਾਂ ਤੇਰੇ ਸਿਰ ਦੇ ਉੱਤੇ ਹੈ, ਸਿਰ ਉੱਪਰ ਮਰਨਾ। ਇਹ ਗੱਲ ਵੱਖਰੀ ਹੈ ਕਿ ਤੂੰ ਉਸ ਮੌਤ ਨੂੰ ਭੁਲਾਉਣ ਵਾਸਤੇ ਕਈ ਤਰ੍ਹਾਂ ਦੇ ਯਤਨ ਕਰ ਲੈਣਾ, ਪਰ ਐਸਾ ਹੁੰਦਾ ਨਹੀਂ। ਗੁਰਦੇਵ ਕਹਿੰਦੇ ਸੱਜਣਾ ਮੌਤ ਤੇਰੇ ਸਿਰ ਤੇ ਮੰਡਰਾ ਰਹੀ ਹੈ। ਕਿਆ ਤੂੰ ਸੋਇਆ ਜਾਗ ਆਨਾ। ਇਹ ਇਆਨੇ ਕਹਿੰਦੇ ਨੇ ਨਾ ਸਮਝ ਨੂੰ, ਬੇਸਮਝ ਨੂੰ। ਹੇ ਬੇਸਮਝ ਇਆਣੇ ਜੀਵ, ਤੂੰ ਕਿੱਥੇ ਗਫਲਤ ਦੀ ਨੀਂਦ ਕਿ ਸੁੱਤਾ ਪਿਆ ਹੈ? ਕਿਆ ਤੂੰ ਸੋਇਆ, ਕਿੱਥੇ ਤੂੰ ਸੁੱਤਾ ਪਿਆ? ਇਹ ਗਫਲਤ ਦੀ ਨੀਂਦ ਹੈ। ਇਹ ਗਫਲਤ ਦੀ ਗਹਿਰੀ ਨੀਂਦ ਦੇ ਵਿੱਚ ਤੂੰ ਕਿੱਥੇ ਸੁੱਤਾ ਪਿਆ ਹੈ? ਹਾਲੇ ਵੀ ਸਮਾਂ ਕੁਝ ਨਹੀਂ ਵਿਗੜਿਆ। ਜਿੰਨੀ ਦੇਰ ਤੱਕ ਤੇਰੇ ਅੰਦਰ ਸਵਾਸ ਚੱਲ ਰਹੇ ਨੇ, ਚੇਤਨਾ ਹੈ, ਹਾਲੇ ਵੀ ਇਆਣਿਆਂ ਜਾਗ। ਇਸ ਗਫਲਤ ਦੀ ਨੀਂਦ ਨੂੰ ਛੱਡ ਤੇ ਤਿਆਗ ਤੇ ਹੋਸ਼ ਸੰਭਾਲ। ਹਾਲੇ ਵੀ ਜਾਗ। ਤਦੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਉਹ ਸੰਭਲ ਸੰਭਾਲ ਇਸ ਅੱਜ ਨੂੰ, ਹਾਲੇ ਵੀ ਸੰਭਲ ਜਾ। ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੱਜਣਾ ਆਪਣੇ ਆਪ ਨੂੰ ਸੰਭਾਲ ਤੇ ਜਾਗ। ਇਹ ਜਾਗਣ ਦਾ ਵੇਲਾ ਹੈ। ਮਨੁੱਖੀ ਜਨਮ ਹੀ ਇੱਕ ਐਸਾ ਜਨਮ ਹੈ ਜਿਸ ਵਿੱਚ ਜੀਵ ਜਾਗ ਸਕਦਾ। ਕੋਈ ਪਸ਼ੂ ਨਹੀਂ ਜਾਗ ਸਕਦਾ, ਕੋਈ ਪੰਛੀ ਨਹੀਂ ਜਾਗ ਸਕਦਾ। ਉਹ ਤਾਂ ਭੋਗ ਜੋਨੀਆਂ ਹਨ। ਕਰਮ ਜੋਨੀ ਤਾਂ ਇਹੀ ਹੈ ਮਨੁੱਖੀ ਸਰੀਰ। ਇਹਦੇ ਵਿੱਚ ਤੂੰ ਜਾਗ ਸਕਦਾ ਹੈ। ਕੇਵਲ ਇਹਦੇ ਵਿੱਚ ਹੀ ਗਿਆਨ ਨਰਨ ਕੀ ਅਦਕਤਾ, ਗਿਆਨ ਬਿਨਾ ਪਸ਼ੂ ਜਾਨ। ਵਿਦਵਾਨ ਕਹਿੰਦਾ ਨਿੰਦਰਾ ਆਲਸ ਭੋਗ ਭੈ ਇਹ ਸਭ ਪਸ਼ੂ ਸਮਾਨ। ਗਿਆਨ ਨਰਨ ਕੀ ਅਦਕਤਾ, ਗਿਆਨ ਬਿਨਾ ਪਸ਼ੂ ਜਾਨ। ਨਿੰਦਰਾ ਭੋਗ ਭੋਗਣੇ, ਆਲਸੀ ਹੋਣਾ, ਡਰ ਸਹਿਤ ਹੋਣਾ, ਇਹ ਮਨੁੱਖਾਂ ਤੇ ਪਸ਼ੂਆਂ ਵਿੱਚ ਇੱਕ ਸਮਾਨ ਹੈ। ਪਸ਼ੂ ਵੀ ਖਾਂਦੇ ਨੇ, ਮਨੁੱਖ ਵੀ ਖਾਂਦਾ ਹੈ। ਪਸ਼ੂ ਵੀ ਭੋਗ ਭੋਗਦੇ ਨੇ, ਮਨੁੱਖ ਵੀ ਭੋਗਦਾ ਹੈ। ਬੱਚੇ ਮਨੁੱਖ ਵੀ ਪੈਦਾ ਕਰਦਾ, ਪਸ਼ੂ ਵੀ ਪੈਦਾ ਕਰਦੇ ਆ। ਨਿੰਦਰਾ ਪਸ਼ੂਆਂ ਨੂੰ ਵੀ ਆਉਂਦੀ ਹੈ, ਮਨੁੱਖ ਨੂੰ ਵੀ ਆਉਂਦੀ ਹੈ। ਆਲਸੀ ਮਨੁੱਖ ਵੀ ਹੁੰਦਾ, ਪਸ਼ੂ ਵੀ ਹੁੰਦੇ ਨੇ। ਡਰਦਾ ਮਨੁੱਖ ਵੀ ਆ, ਪਸ਼ੂ ਵੀ ਡਰਦੇ ਨੇ। ਤੋ ਫਿਰ ਪਸ਼ੂ ਤੇ ਮਨੁੱਖ ਵਿੱਚ ਕੀ ਫਰਕ ਹੈ ਕਿ ਮਨੁੱਖ ਨੂੰ ਪਸ਼ੂਆਂ ਤੋਂ ਸ਼੍ਰੋਮਣੀ ਯਾਨੀ ਕਿ 84 ਲੱਖ ਜੂਨੀਆਂ ਦਾ ਬਾਦਸ਼ਾਹ ਕਿਹਾ ਜਾਂਦਾ। ਐਸਾ ਕੀ ਹੈ ਇਹਦੇ ਵਿੱਚ? ਤਾਂ ਉਹ ਵਿਦਵਾਨ ਕਹਿੰਦਾ ਮਨੁੱਖ ਵਿੱਚ ਗਿਆਨ ਦਾ ਵਾਧਾ ਹੈ। ਤੇ ਜਿਸ ਮਨੁੱਖ ਵਿੱਚ ਗਿਆਨ ਨਹੀਂ ਤੇ ਕਹਿੰਦੇ ਫਿਰ ਉਹ ਪਸ਼ੂ ਦੇ ਸਮਾਨ ਹੀ ਹੈ। ਗਿਆਨ ਨਰਨ ਕੀ ਅਦਕਤਾ, ਗਿਆਨ ਬਿਨਾ ਪਸ਼ੂ ਜਾਨ। ਇਸ ਕਰਕੇ ਭਗਤ ਜੀ ਕਹਿੰਦੇ ਜਾਗ ਇਆਣਿਆ,
ਕਿੱਥੇ ਗਫਲਤ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਤਦੇ ਮਹਾਰਾਜ ਜੀ ਬਾਰੰਬਾਰ ਸਾਨੂੰ ਜਗਾਉਂਦਿਆਂ ਹੋਕਾ ਦਿੰਦੇ ਨੇ, ਜਾਗੋ ਜਾਗੋ ਸੁੱਤੇ ਹੋ ਚੱਲਿਆ ਵਣਜਾਰਾ। ਜਾਗੋ ਭਾਈ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂਗਾ ਫੁੱਲ ਸੋਇਆ। ਕਿੱਥੇ ਗਫਲਤ ਦੀ ਨੀਂਦ ਕੇ ਸੁੱਤਾ ਪਿਆ ਸੱਜਣਾ, ਜਾਗ। ਇਹ ਜਾਗਣ ਦਾ ਵੇੜਾ ਹੈ। ਜੇ ਹੁਣ ਵੀ ਨਾ ਜਾਗਿਆ ਤੇ ਫਿਰ ਇਹ ਸਮਾਂ ਲੰਘ ਗਿਆ, ਮੁੜ ਕੇ ਹੱਥ ਨਹੀਂ ਆਉਣਾ। ਤੈ ਜੀਵਨ ਜਗ ਸੱਚ ਕਰ ਜਾਨਾ, ਤੈਂ ਆਪਣੇ ਇਸ ਜੀਵਨ ਨੂੰ ਸੱਚ ਕਰਕੇ ਜਾਣੀ ਬੈਠਾ। ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ, ਭਲਾ ਇਹ ਜੀਵਨ ਸੱਚ ਹੈ? ਜਿਸ ਨੂੰ ਤੂੰ ਸੱਚ ਕਰਕੇ ਜਾਣੀ ਬੈਠਾ, ਇਹ ਸੱਚ ਹੈ? ਮੂਲੇ ਨੇ ਭਾਵੇਂ ਉਦਾਂ ਹੀ ਕਿਹਾ ਸੀ ਨਾ ਵੀ ਜੀਵਣਾ ਝੂਠ ਤੇ ਮਰਨਾ ਸੱਚ, ਤੇ ਗੁਰੂ ਬਾਬੇ ਨੇ ਆਖਿਆ ਗੱਲ ਤੂੰ ਟਿਕਾਣੇ ਦੀ ਕਹੀ ਆ, ਭਾਵੇਂ ਹਿਰਦੇ 'ਚ ਤੇਰੇ ਨਿਸ਼ਚਾ ਨਹੀਂ ਹੈ। ਇਸੇ ਤਰ੍ਹਾਂ ਹੀ ਹੈ, ਤੂੰ ਇਸ ਜੀਵਨ ਨੂੰ ਸੱਚ ਕਰਕੇ ਜਾਣੀ ਬੈਠਾ ਜੋ ਸੱਚ ਨਹੀਂ। ਰਹਾਓ ਜਿਨ ਜੀਓ ਦਿਆ ਸੋ ਰਿਜਕ ਅੰਬਰ ਆਵੈ। ਜਿਸ ਵਾਹਿਗੁਰੂ ਨੇ ਤੈਨੂੰ ਜੀਵਨ ਦਿੱਤਾ ਹੈ, ਉਹੀ ਤੈਨੂੰ ਰਿਜਕ ਦੇ ਕੇ ਪਾਲਣ ਵਾਲਾ ਹੈ। ਜਿਸ ਨੇ ਜੀਵਨ ਦਿੱਤਾ ਹੈ, ਉਹ ਰਿਜਕ ਵੀ ਦਿੰਦਾ ਹੈ। ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਪੱਥਰਾਂ 'ਚ ਵੀ ਜੀਵਾਂ ਨੂੰ ਪੈਦਾ ਕਰਕੇ ਤਿਨਾਂ ਦੀ ਰੋਜੀ ਤਿਨਾਂ ਦੇ ਸਾਹਮਣੇ ਰੱਖੀ ਹੈ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਭਾਰ ਗਨੀ ਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਧਵ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ, ਪਲ ਕੇ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਤ ਦੋਖਨ ਦੇਖਤ ਹੈ, ਪਰ ਦੇਤ ਨਾ ਹਾਰੈ। ਵਾਹਿਗੁਰੂ ਪਰਮੇਸ਼ਰ ਜਿਸ ਨੇ ਜੀਵਨ ਦਾਨ ਦਿੱਤਾ ਹੈ, ਉਹ ਰਿਜਕ ਦੇ ਕੇ ਵੀ ਪਾਲਦਾ ਹੈ। ਸਭ ਘਟ ਭੀਤਰ ਹਾਟ ਚਲਾਵੈ। ਆਹਾ, ਵਾਹਿਗੁਰੂ ਪਰਮੇਸ਼ਰ ਦੀ ਵੇਖੋ ਖੇਡ। ਉਹਨੇ ਸੰਸਾਰ ਦੇ ਸਮਸਤ ਜੀਵਾਂ ਦੇ ਘਟ ਦੇ ਵਿੱਚ ਆਪਣੀ ਦੁਕਾਨ ਚਲਾਈ ਹੋਈ ਹੈ। ਹਰ ਇੱਕ ਜੀਵ ਦੇ ਘਟ ਦੇ ਵਿੱਚ ਹੀ ਉਹਦੀ ਦੁਕਾਨ ਚਲਾਈ ਹੋਈ ਹੈ। ਜੋ ਉਹਨੂੰ ਚਾਹੀਦਾ ਉਹਦੇ ਅੰਦਰ ਪਰਮੇਸ਼ਰ ਨੇ ਸਭ ਕੁਝ ਇੱਕੋ ਵਾਰੀ ਪਾ ਦਿੱਤਾ ਹੈ, ਉੱਥੋਂ ਲੈ ਲੈ ਕੇ ਖਾਈ ਜਾਂਦਾ। ਜਿੰਨੇ ਜੀਵ ਨੇ ਸਾਰਿਆਂ ਦੇ ਘਟ ਦੇ ਵਿੱਚ ਪਰਮੇਸ਼ਰ ਨੇ ਉਹਦੇ ਕਰਮਾਂ ਦੇ ਮੁਤਾਬਕ ਦੁਕਾਨ ਖੋਲ ਦਿੱਤੀ ਹੈ। ਜੋ ਜੋ ਉਹਦੇ ਕਰਮ ਸਨ, ਉਹਨਾਂ ਦੇ ਮੁਤਾਬਕ ਪਰਾਲਬਧ ਬਣਾ ਕੇ ਜੋ ਉਸ ਨੂੰ ਚਾਹੀਦਾ ਉਸ ਨੂੰ ਉਸ ਪਰਾਲਬਧ ਦੇ ਮੁਤਾਬਕ ਮਿਲੀ ਜਾਂਦਾ ਹੈ। ਇਹ ਗੱਲ ਸਾਡੀ ਸਾਰਿਆਂ ਦੀ ਸਿਮਰਤੀ 'ਚ ਰਹਿਣੀ ਚਾਹੀਦੀ ਹੈ ਕਿ ਪਰਾਲਬਧ ਤੋਂ ਵੱਧ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ। ਜੋ ਪਰਾਲਬਧ ਹੈ ਉਹਨੂੰ ਕੋਈ ਖੋ ਵੀ ਨਹੀਂ ਸਕਦਾ। ਉਹਦੇ ਪਰਾਲਬਧ ਦੀ ਦੁਕਾਨ ਜੋ ਪਰਮੇਸ਼ਰ ਨੇ ਬਣਾਈ, ਇਹਨੂੰ ਕੋਈ ਲੁੱਟ ਵੀ ਨਹੀਂ ਸਕਦਾ। ਕੋਈ ਚੋਰ ਇੱਥੋਂ ਆ ਕੇ ਚੋਰੀ ਨਹੀਂ ਕਰ ਸਕਦਾ। ਤੁਹਾਡੇ ਹੱਥਾਂ ਵਿੱਚੋਂ ਕੋਈ ਖੋ ਸਕਦਾ, ਜੋ ਤੁਹਾਡੇ ਕਰਮਾਂ ਵਿੱਚ ਹੈ ਕੋਈ ਨਹੀਂ ਖੋ ਸਕਦਾ। ਸਾਹਿਬ ਜੀ ਕਹਿੰਦੇ, ਵੇਖੋ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਸਰੀਰਾਂ ਦੇ ਵਿੱਚ, ਕੱਲੇ ਮਨੁੱਖ ਵਿੱਚ ਨਹੀਂ, ਜਿਤਨੇ ਜੀਵ ਜੰਤੂ ਪਸ਼ੂ ਪਕਸ਼ੀ ਨੇ ਜਿੱਥੇ ਜਿੱਥੇ ਰਹਿੰਦੇ ਨੇ, ਉਹਨਾਂ ਨੂੰ ਜੋ ਜੋ ਚਾਹੀਦਾ ਉੱਥੋਂ ਉਹਨਾਂ ਨੂੰ ਮਿਲ ਰਿਹਾ ਹੈ, ਜਿੱਥੇ ਜਿੱਥੇ ਵੀ ਉਹ ਰਹਿ ਰਹੇ। ਬਹੁਤ ਸਾਰੀਆਂ ਧਰਤੀਆਂ ਐਸੀਆਂ ਹਨ ਜਿੱਥੇ ਖੇਤੀ ਨਹੀਂ ਹੁੰਦੀ, ਪਰ ਉਹਨਾਂ ਲਈ ਜੋ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਉੱਥੇ ਵੀ ਪ੍ਰਾਪਤ ਹੋ ਰਿਹਾ ਹੈ। ਭਾਵੇਂ ਕਿ ਅੱਜ ਆਵਾਜਾਈ ਦੇ ਸਾਧਨ ਬਣੇ ਹਨ, ਬਹੁਤ ਕੁਝ, ਇੱਕ ਜਿਨ੍ਹਾਂ ਦੇਸ਼ਾਂ ਵਿੱਚ ਕੁਝ ਵੀ ਨਹੀਂ ਹੁੰਦਾ, ਉਹਨਾਂ ਦੇਸ਼ਾਂ ਵਿੱਚੋਂ ਦੂਜੇ ਦੇਸ਼ਾਂ ਦੇ ਵਿੱਚੋਂ ਖਾਣ ਪੀਣ ਦੀਆਂ ਰਸਦਾਂ ਬਸਤਾਂ ਮੰਗਾਈਆਂ ਜਾਂਦੀਆਂ ਨੇ। ਪਰ ਅੱਜ ਤੋਂ ਕੁਝ ਸੈਂਕੜੇ ਸਾਲ ਪਿੱਛੇ ਚਲੇ ਜਾਈਏ, ਜਦੋਂ ਉਹਨਾਂ ਦੇਸ਼ਾਂ ਦਾ ਕੋਈ ਇੱਕ ਦੂਜੇ ਦੇ ਸੰਪਰਕ ਹੀ ਨਹੀਂ ਸਨ, ਉਹ ਜੀਵ ਉਦੋਂ ਵੀ ਤਾਂ ਉੱਥੇ ਪਲ ਰਹੇ ਸਨ। ਉਹਨਾਂ ਨੂੰ ਜੋ ਚਾਹੀਦਾ ਸੀ ਉੱਥੇ ਮਿਲ ਹੀ ਰਿਹਾ ਸੀ। ਸੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਸੰਸਾਰ ਦੇ ਜਿਤਨੇ ਵੀ ਘਟ ਹਨ, ਉਹਨਾਂ ਸਾਰੇ ਘਟਾਂ ਦੇ ਵਿੱਚ ਵਾਹਿਗੁਰੂ ਨੇ ਹਰ ਇੱਕ ਘਟ 'ਚ ਦੁਕਾਨ ਚਲਾਈ ਹੋਈ ਹੈ। ਜੋ ਉਹਦੀ ਪਰਾਲਬਧ ਹੈ, ਜੋ ਉਹਦੇ ਕਰਮਾਂ ਮੁਤਾਬਕ ਉਹਦੇ ਲੇਖ ਲਿਖੇ ਨੇ, ਉਹ ਸਾਨੂੰ ਜਿੱਥੇ ਵੀ ਅਸੀਂ ਜਾਈਏ, ਜਿੱਥੇ ਵੀ ਰਹੀਏ, ਸਾਨੂੰ ਮਿਲ ਹੀ ਜਾਣਾ ਹੈ। ਤਦੇ ਗੁਰੂ ਬਾਬਾ ਜੀ ਨੇ ਵੀ ਕਿਹਾ, ਜੋ ਕੁਝ ਵੀ ਹੈ ਵਾਹਿਗੁਰੂ ਪਰਮੇਸ਼ਰ ਨੇ ਇੱਕੋ ਵਾਰ ਜੀਵ ਦੇ ਅੰਦਰ ਪਾ ਦਿੱਤਾ, ਇਹਦੇ ਭਾਗਾਂ 'ਚ। ਸਾਰੀ ਜ਼ਿੰਦਗੀ ਦਾ ਸੌਦਾ, ਸਾਰੀ ਜ਼ਿੰਦਗੀ ਦਾ ਜੋ ਕੁਝ ਵੀ ਹੈ, ਉਹ ਸਭ ਕੁਝ ਇੱਕੋ ਵੇਰੀ ਜਦੋਂ ਜਨਮ ਦੇ ਕੇ ਭੇਜਿਆ, ਇਹਦੇ ਭਾਗਾਂ ਦੇ ਵਿੱਚ ਪਾ ਕੇ ਭੇਜ ਦਿੱਤਾ। ਭਾਗ ਏਦਾਂ ਕਹਿ ਲਈਏ, ਉਹ ਦੁਕਾਨ ਹੈ। ਭਾਗਾਂ ਦੀ ਉਸ ਦੁਕਾਨ ਦੇ ਵਿੱਚ ਕੁਝ ਕਰਮ ਐਸੇ ਵੀ ਨੇ
ਜਿਹੜੇ ਅਸੀਂ ਨਾਲੋਂ ਨਾਲ ਕਰਦੇ ਹਾਂ ਤੇ ਉਹ ਨਾਲੋਂ ਨਾਲ ਉਹਦੇ ਵਿੱਚ ਜਮ੍ਹਾਂ ਹੁੰਦੇ ਚਲੇ ਜਾਂਦੇ। ਕੁਝ ਬੀਜ ਐਸੇ ਹੁੰਦੇ ਨੇ ਜਿਹੜੇ ਬੀਜ ਅੱਜ ਬੀਜੀਏ ਤੇ ਕਈ ਮਹੀਨਿਆਂ ਬਾਅਦ ਉਗਦੇ ਨੇ। ਕੁਝ ਬੀਜ ਐਸੇ ਹੁੰਦੇ ਨੇ ਰਾਤ ਬੀਜੀ ਅਗਲੇ ਦਿਨ ਸਵੇਰੇ ਹੀ ਪੁੰਗਰ ਪੈਂਦੇ ਹਨ। ਸਾਡੇ ਵੀ ਜੀਵਨ ਵਿੱਚ ਕੁਝ ਕਰਮ ਸਾਡੇ ਕੋਲ ਐਸੇ ਹੁੰਦੇ ਨੇ ਜਿਨ੍ਹਾਂ ਕਰਮਾਂ ਦਾ ਫਲ ਨਾਲੋਂ ਨਾਲ ਵੀ ਪ੍ਰਾਪਤ ਹੋ ਜਾਂਦਾ, ਪਰ ਕੁਝ ਕਰਮ ਐਸੇ ਨੇ ਜਿਹੜੇ ਬੀਜ ਦਿੱਤੇ ਗਏ ਨੇ, ਫਲ ਪਤਾ ਨਹੀਂ ਕਦੋਂ ਪ੍ਰਾਪਤ ਹੋਣਾ। ਯਾਨੀ ਕਿ ਉਗਣੇ ਜ਼ਰੂਰ ਨੇ, ਐਸਾ ਨਹੀਂ ਵੀ ਉਗਣੇ ਨਹੀਂ ਹਨ। ਤੋ ਵਾਹਿਗੁਰੂ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਸੰਸਾਰ ਦੇ ਜਿਤਨੇ ਵੀ ਘਾਟ ਹਨ ਸਾਰਿਆਂ ਵਿੱਚ ਵਾਹਿਗੁਰੂ ਨੇ ਆਪਣੀ ਹੱਟ ਕਹੀਏ ਦੁਕਾਨ ਚਲਾਈ ਹੋਈ ਹੈ। ਕਰ ਬੰਦਗੀ ਛਾੜ ਮੈਂ ਮੇਰਾ। ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਆ, ਸੱਜਣਾ ਬੰਦਗੀ ਕਰ ਵਾਹਿਗੁਰੂ ਪਰਮੇਸ਼ਰ ਦੀ, ਔਰ ਮੈਂ ਮੇਰੀ ਦੀ ਬਿਰਤੀ ਛੱਡ। ਕਰ ਬੰਦਗੀ, ਬੰਦਗੀ ਕਰ, ਛਾੜ ਮੈਂ ਮੇਰਾ, ਮੈਂ ਮੇਰੀ ਦੀ ਬਿਰਤੀ ਨੂੰ ਛੱਡ ਦੇ। ਕਰ ਬੰਦੇ ਤੋਂ ਬੰਦਗੀ, ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਕਰੋ। ਹਿਰਦੈ ਨਾਮ ਸਮਾਰ ਸਵੇਰਾ। ਆਪਣੇ ਹਿਰਦੇ ਚ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਨਿਤ ਅੰਮ੍ਰਿਤ ਵੇਲੇ ਉੱਠ ਕੇ ਸੰਭਾਲੋ। ਜਦੋਂ ਦਿਨ ਚੜੇ, ਅੱਖ ਖੁੱਲੇ, ਜਾਗਰਤ ਅਵਸਥਾ ਵਿੱਚ ਆਓ, ਉਦੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕਰੋ। ਅੱਖ ਖੁੱਲਦਿਆਂ ਸਾਰ ਨਿਰੰਕਾਰ ਪਰਮੇਸ਼ਰ ਦਾ ਨਾਮ ਚੇਤੇ ਆਵੇ, ਐਸੀ ਅਰਦਾਸ ਗੁਰੂ ਚਰਨਾਂ 'ਚ ਕਰੀਏ। ਮਹਾਰਾਜ ਜਦੋਂ ਸੁਬਾ ਨੇਤਰ ਖੁੱਲਣ, ਆਪ ਜੀ ਦਾ ਅੰਮ੍ਰਿਤ ਨਾਮ ਸਾਡੀ ਰਸਨਾ ਤੇ ਹੋਵੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਤੁਹਾਡੀ ਦੁਹਾਈ ਕਿਰਪਾ ਕਰੋ, ਰੱਖ ਲਓ। ਪਾਤਸ਼ਾਹ ਕਹਿੰਦੇ, ਭਾਈ ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੰਭਾਲੋ। ਨਿਤ ਸਵੇਰਾ ਦਾ ਮਤਲਬ ਹੁੰਦਾ ਵੀ ਇਸ ਵਕਤ ਛੇਤੀ, ਯਾਨੀ ਕਿ ਜਦੋਂ ਲੋ ਲੱਗੇ, ਅੱਖ ਖੁੱਲੇ, ਉਦੋਂ ਹੀ ਆਨੰਦ ਦੇ ਵਿੱਚ ਪਰਮੇਸ਼ਰ ਦਾ ਨਾਮ ਸੰਭਾਲੋ। ਜਨਮ ਸਿਰਾਨੋ ਪੰਥ ਨਾ ਸਵਾਰਾ। ਪਾਤਸ਼ਾਹ ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ, ਜਨਮ ਬਤੀਤ ਕਰ ਦਿੱਤਾ ਪਰ ਤੁਸੀਂ ਆਪਣਾ ਪੰਥ ਨਹੀਂ ਸਵਾਰਿਆ। ਜਿਹੜੇ ਰਾਹ ਤੇ ਜਾਣਾ ਚੱਲ ਕੇ ਉਸ ਰਸਤੇ ਨੂੰ ਨਹੀਂ ਸਵਾਰਿਆ। ਸਾਂਝ ਪਰੀ ਦਹਿ ਦਿਸ ਅੰਧਿਆਰਾ। ਜਦੋਂ ਸ਼ਾਮ ਪੈ ਗਈ, ਯਾਨੀ ਕਿ ਬੁਢੇਪਾ ਆ ਗਿਆ, ਸਰੀਰ ਜਰਜਰਾ ਹੋ ਗਿਆ ਤੇ ਦਸਾਂ ਇੰਦਰੀਆਂ ਦੇ ਵਿੱਚ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਵਿੱਚ ਹਨੇਰਾ ਛਾ ਗਿਆ, ਯਾਨੀ ਕਿ ਇਹਨਾਂ ਨੇ ਕੰਮ ਕਰਨਾ ਛੱਡ ਦਿੱਤਾ। ਹਾਂਜੀ, ਦਹਿ ਦਿਸ ਅੰਧਿਆਰਾ। ਕਹਿੰਦੇ ਦਸਾਂ ਦਿਸ਼ਾਵਾਂ, ਯਾਨੀ ਕਿ ਦਸੇ ਇੰਦਰੀਆਂ, 5 ਗਿਆਨ ਇੰਦਰੀਆਂ ਔਰ 5 ਕਰਮ ਇੰਦਰੀਆਂ, ਇਹਨਾਂ ਵਿੱਚ ਫਿਰ ਅੰਧਕਾਰ ਆ ਜਾਂਦਾ ਹੈ। ਸਿਰ ਕੰਪਿਓ ਪਗ ਡਗਮਗੇ ਵਾਲੀ ਹਾਲਤ ਹੋ ਜਾਂਦੀ ਹੈ। ਕਹਿ ਰਵਿਦਾਸ ਨਿਦਾਨ ਦੀਵਾਨੇ। ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਆ, ਹੇ ਨਿਦਾਨ, ਹੈ ਨਿਦਾਨ ਜੀਵ, ਦੀਵਾਨੇ। ਦੀਵਾਨੇ ਕਹਿੰਦੇ ਦਿਵਾਲੀਏ ਨੂੰ, ਪਾਗਲ ਹੋਏ ਨੂੰ, ਬੌਰੇ ਹੋਏ ਨੂੰ ਕਹਿੰਦੇ, ਉਹ ਦੀਵਾਨੇ ਹੋਇਆ, ਪਾਗਲ ਹੋਏ, ਬੌਰੇ ਹੋਏ ਜੀਵ, ਕਿਉਂ ਨਦਾਨੀਆਂ ਕਰਦਾ, ਕਿਉਂ ਸ਼ਰਾਬਪੁਣਾ ਕਰਦਾ? ਜੇ ਕੋਈ ਬੰਦਾ ਸਹੀ ਕੰਮ ਨਾ ਕਰ ਪਾ, ਕਹਿੰਦੇ ਉਹ ਕਿਉਂ ਸ਼ਦਾਈ ਬਣਦਾ, ਕਿਉਂ ਤੂੰ ਸ਼ਦਾਈਪੁਣਾ ਕਰੀ ਜਾਂਦਾ? ਰਵਿਦਾਸ ਜੀ ਮਹਾਰਾਜ ਜੀ ਸਾਨੂੰ ਕਹਿੰਦੇ ਆ, ਉਹ ਕਿਉਂ ਨਦਾਨ ਹੋਏ ਫਿਰਦੇ ਹੋ, ਕਿਉਂ ਸ਼ਦਾਈਪੁਣਾ ਕਰੀ ਜਾਂਦੇ ਹੋ, ਕਿਉਂ ਨਹੀਂ ਸਮਝਦੇ? ਹਾਲੇ ਵੀ ਵੇਲਾ ਹੈ। ਚੇਤਸ ਨਾਹੀ ਦੁਨੀਆ ਫਨ ਖਾਨੇ। ਉਹ ਤੂੰ ਚੇਤਦਾ ਨਹੀਂ ਉਸ ਵਾਹਿਗੁਰੂ ਨੂੰ, ਉਸ ਨਿਰੰਕਾਰ ਪਰਮੇਸ਼ਰ ਦਾ ਚਿੰਤਨ ਨਹੀਂ ਕਰਦਾ। ਇਹ ਦੁਨੀਆ ਫਨ ਖਾਨੇ, ਫਨਾ ਹੋ ਜਾਣ ਵਾਲੀ ਹੈ। ਇਹ ਫਾਨੀ ਦੁਨੀਆ ਹੈ, ਇਹ ਬਿਨਸਣ ਵਾਲੀ ਦੁਨੀਆ ਹੈ, ਇਹ ਫਨਾ ਹੋ ਜਾਣ ਵਾਲੀ ਦੁਨੀਆ ਹੈ। ਕਿਉਂ ਨਦਾਨ ਹੋਇਆ ਫਿਰਦਾ ਹੈ? ਤੂੰ ਕਿਉਂ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਦਾ? ਕਿਉਂ ਨਹੀਂ ਉਸ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਲੈਂਦਾ? ਮਹਾਰਾਜ ਭਗਤ ਰਵਿਦਾਸ ਜੀ ਦੇ ਪਾਵਨ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਣ। ਇਹ ਅੰਮ੍ਰਿਤ ਬਚਨ ਸਾਧ ਕੀ ਬਾਣੀ ਹੈ, ਜਿਸ ਨੂੰ ਸੁਣ ਕੇ, ਪੜ੍ਹ ਕੇ, ਪੀ ਕੇ ਜੀਵ ਦੀ ਕਲਿਆਣ ਹੁੰਦੀ ਹੈ। ਐਸੇ ਮਹਾਂਪੁਰਸ਼ ਭਗਤ ਰਵਿਦਾਸ ਜੀ ਮਹਾਰਾਜ ਜੀ ਦੇ
ਪਵਿੱਤਰ ਪਾਵਨ ਅਵਤਰਨ ਦਿਹਾੜੇ ਦੀਆਂ, ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਗੁਰੂ ਪਾਤਸ਼ਾਹ ਦਾ ਜਸ ਕਰਦਿਆਂ, ਗੁਰਬਾਣੀ ਦੀ ਕਥਾ ਕਥਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਡਾ ਗਾਵਿਆ ਸੁਣਿਆ ਪਾਤਸ਼ਾਹ ਜੀ ਥਾਂ ਪਾ ਲੈਣ। ਸਾਧ ਸੰਗਤ ਜੀ, ਬੇਨਤੀ ਹੈ ਕਿ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੇ ਪਾਵਨ ਪਵਿੱਤਰ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਅੱਜ ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਇੰਟਰਨੈਸ਼ਨਲ ਗੱਤਕਾ ਪ੍ਰਦਰਸ਼ਨੀ ਦੇ ਮੁਕਾਬਲੇ ਹੋਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਛੁੱਟੀ ਦਾ ਦਿਨ ਹੈ, ਅੱਜ ਭਗਤ ਰਵਿਦਾਸ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਮੂਹ ਸ਼ਹਿਰ ਦੀਆਂ ਸੰਗਤਾਂ, ਇਲਾਕਾ ਨਿਵਾਸੀ ਸੰਗਤਾਂ ਨੂੰ ਕਿ ਭਾਈ ਅੱਜ ਰਾਤ ਦੇ ਉਹਨਾਂ ਗੱਤਕਾ ਪ੍ਰਦਰਸ਼ਨੀ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ। ਜਗਤ ਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਪਰਸੋਂ 1 ਤਰੀਕ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਪਰਸੋਂ ਸੁਬਾਹ ਅੰਮ੍ਰਿਤ ਵੇਲੇ ਭੋਗ ਪਾਣ ਤੋਂ ਉਪਰੰਤ ਅਰਦਾਸ ਬੇਨਤੀ ਕਰਕੇ ਸਵੇਰੇ 9 ਵਜੇ ਇਸੇ ਸਮੇਂ ਕਥਾ ਦੀ ਸਮਾਪਤੀ ਤੋਂ ਬਾਅਦ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਜੋ ਪਟਿਆਲੇ ਜ਼ਿਲ੍ਹੇ ਵਿੱਚ ਹਨ, ਉਹਨਾਂ ਸਥਾਨਾਂ ਦੇ ਦਰਸ਼ਨ ਦਿਦਾਰੇ ਨਗਰ ਕੀਰਤਨ ਪ੍ਰਾਰੰਭ ਹੋਣਾ ਹੈ। ਜਾਹੋ ਜਲਾਲ ਸਹਿ ਤੇ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ। ਬੇਅੰਤ ਸੰਪਰਦਾਵਾਂ ਦੇ ਮਹਾਂਪੁਰਸ਼ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਨਗੇ। ਨਿਹੰਗ ਸਿੰਘ ਜਥੇਬੰਦੀਆਂ ਘੋੜਿਆਂ ਸਮੇਤ ਹਾਜ਼ਰ ਹੋਣਗੀਆਂ। ਹੋਰ ਵੀ ਬਹੁਤ ਸਾਰੀਆਂ ਸੰਗਤਾਂ ਨੇ, ਮਹਾਂਪੁਰਸ਼ਾਂ ਨੇ ਹਾਜ਼ਰੀਆਂ ਭਰਨੀਆਂ ਹਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਨਗਰ ਕੀਰਤਨਾਂ ਵਿੱਚ ਦਰਸ਼ਨ ਦਿਦਾਰੇ ਨਗਰ ਕੀਰਤਨ ਹੈ ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ਦਾ। ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।